ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ। ਜੀ ਆਇਆ ਜੀ। ਸ਼ੁਕਰੀਆ ਜੀ। ਅੱਜ ਸਰਕਾਰ ਦਾ ਸਾਲ ਪੂਰਾ ਹੋਇਆ ਸੀ, ਅਜੇ ਦਿਨ ਮੁੱਕਿਆ ਨਹੀਂ ਸੀ। ਦੋ ਘਟਨਾਵਾਂ ਘੁੰਮਣ ਲੱਗ ਪਈਆਂ। ਇੱਕ, ਪੰਜਾਬ ਕੈਬਨਿਟ ਦੇ ਵਿੱਚ ਫੇਰ ਬਦਲ ਹੋ ਗਿਆ, ਪੋਰਟਫੋਲੀਓ ਬਦਲ ਗਏ, ਮਹਿਕਮਿਆਂ ਦੀ ਵੰਡ ਇੱਕ ਵਾਰੀ ਮੁੜ ਕੇ ਹੋਈ। ਇਹ ਬਹੁਤ ਵੱਡੇ ਅਰਥ ਰੱਖਣ ਵਾਲੀ ਗੱਲ ਆ। ਦੂਜੇ ਨੰਬਰ ਦੇ ਮੰਤਰੀ ਅਮਨ ਅਰੋੜਾ ਦੇ ਵਿਭਾਗਾਂ ਵਿੱਚ ਫੇਰ ਬਦਲ ਕਰਤਾ ਗਿਆ। ਦੂਜੇ ਅਰਥਾਂ ਦੇ ਵਿੱਚ ਉਹਨਾਂ ਨੂੰ ਲਗਭਗ ਨਿਹੱਥਾ ਕਰਤਾ ਗਿਆ। ਅਹਿਮ ਮਹਿਕਮੇ ਵਾਪਸ ਲੈ ਲਏ ਗਏ। ਇੱਕ ਮਹਿਕਮਾ ਮੁੱਖ ਮੰਤਰੀ ਵਾਪਸ ਲੈ ਲੈਂਦੇ ਆ, ਜਿਹੜਾ ਸ਼ਹਿਰਾਂ ਨਾਲ ਜੁੜਿਆ, ਹਾਊਸਿੰਗ ਨਾਲ ਜੁੜਿਆ, ਜਿਹਦੇ ਵਿੱਚ ਅਤ ਅਹਿਮ ਅਦਾਰੇ ਆਉਂਦੇ ਆ। ਉਹ ਵੀ ਅਦਾਰੇ ਨੇ ਜਿਨ੍ਹਾਂ ਦੇ ਮੁਖੀ ਦਿੱਲੀ ਤੋਂ ਲਾਏ ਗਏ, ਸਾਬਕਾ ਬਿਊਰੋਕਰੈਟ ਅਫਸਰਸ਼ਾਹ। ਤੇ ਦੂਜਾ ਮਹਿਕਮਾ ਲੋਕ ਸੰਪਰਕ ਦਾ। ਲੋਕ ਸੰਪਰਕ ਜਿਹਨੂੰ ਮੁਕੰਮਲ ਰੂਪ ਵਿੱਚ ਦਿੱਲੀ ਦੀ ਟੀਮ ਆਪਰੇਟ ਕਰਨ 'ਚ ਦਿਲਚਸਪੀ ਰੱਖਦੀ ਹੈ, ਔਰ ਉਹ ਲਗਭਗ ਨਾਂ ਦੇ ਮੰਤਰੀ ਵਾਂਗ ਹੀ ਜਾਣਿਆ ਜਾਂਦਾ ਹੈ। ਅਫਸਰਸ਼ਾਹੀ ਦੇ ਨਜ਼ਰੀਏ ਤੋਂ ਵੀ ਸਿੱਧਾ ਉਹਨੂੰ ਦਿੱਲੀ ਦੀ ਟੀਮ ਡੀਲ ਕਰਦੀ ਹੈ। ਦੋ ਮਹਿਕਮੇ ਬਦਲੇ ਜਾਂਦੇ ਨੇ। ਬਾਕੀ ਜਿੰਨਾ ਰੀਸ਼ਫਲ ਹੈ, ਜਿੰਨੇ ਮੰਤਰੀਆਂ ਦੇ ਵਿਭਾਗ ਬਦਲੇ ਗਏ ਆ, ਮਹਿਜ ਰਸਮ। ਇਹਦੇ 'ਚ ਜੌੜਾ ਮਾਜਰਾ ਨੂੰ ਫੇਵਰ ਲੱਗਦੀ ਹੈ, ਪਰ ਇਹ ਫੇਵਰ ਵੱਧ ਹੈ ਕਿ ਵਰਤੋਂ ਵੱਧ ਹੈ, ਇਹ ਸਵਾਲ ਉੱਠਣਾ ਸ਼ੁਰੂ ਹੋਇਆ। ਦੂਜਾ ਮਾਮਲਾ, ਉਹ ਜੱਜਮੈਂਟ ਜਿਹੜੀ ਜੱਜਮੈਂਟ ਦੇ ਵਿੱਚ ਮੁੱਖ ਮੰਤਰੀ ਤੇ ਗਵਰਨਰ ਦਰਮਿਆਨ ਰਫੜ ਨੂੰ ਨਿਪਟਾਇਆ ਗਿਆ ਸੀਗਾ। ਦੇਸ਼ ਦੇ ਮੁੱਖ ਜੱਜ, ਚੀਫ ਜਸਟਿਸ ਆਫ ਇੰਡੀਆ ਡੀ.ਵਾਈ. ਚੰਦਰਚੂੜ ਵੱਲੋਂ ਜਿਸ ਬੈਂਚ ਦੀ ਅਗਵਾਈ ਕੀਤੀ ਗਈ ਸੀ ਔਰ ਪੰਜਾਬ ਸਰਕਾਰ ਤੇ ਗਵਰਨਰ ਲਈ ਨਿਰਦੇਸ਼ ਜਾਰੀ ਹੋਏ ਸੀਗੇ, ਉਹ ਜੱਜਮੈਂਟ ਗਵਰਨਰ ਹਾਊਸ ਦੀ ਤਰਫੋਂ ਮੀਡੀਆ ਕੋਲ ਪਹੁੰਚਦੀ ਹੈ। ਕੀ ਉਹਦੇ ਵਿੱਚ ਹਾਈਲਾਈਟ ਕੀਤੇ ਗਏ ਪੁਆਇੰਟ ਸਰਕਾਰ ਨੂੰ ਇੰਡੀਕੇਟ ਕਰਨ ਲਈ ਦਿੱਤੇ ਗਏ ਨੇ ਕਿ ਉਸ ਜੱਜਮੈਂਟ 'ਚ ਸਰਕਾਰ ਨੂੰ ਜਾਣਕਾਰੀ ਮੁਹੱਈਆ ਕਰਾਉਣ ਲਈ ਕਿਹਾ ਗਿਆ ਸੀ ਗਵਰਨਰ ਕੋਲ? ਕੀ ਸਰਕਾਰ ਨੇ ਉਹ ਜਾਣਕਾਰੀ ਨਹੀਂ ਪਹੁੰਚਾਈ? ਸਰਦਾਰ ਹਮੀਰ ਸਿੰਘ ਜੀ, ਰੀਸ਼ਫਲ ਸਾਲ ਦੇ ਮੁੱਕਣ ਤੇ, ਇੱਕ ਪੂਰਾ ਸਾਲ ਖਤਮ ਹੋਣ ਤੋਂ ਬਾਅਦ ਅਚਨਚੇਤ ਕਿਸੇ ਨੂੰ ਕੋਈ ਭਿਣਕ ਨਹੀਂ ਲੱਗਦੀ, ਕੋਈ ਸ਼ੋਰ ਸ਼ਰਾਬਾ ਨਹੀਂ ਸੀ ਸਵੇਰ ਦਾ, ਕਿਸੇ ਜਗ੍ਹਾ ਤੇ ਬ੍ਰੇਕਿੰਗ ਨਹੀਂ ਸੀ ਹੋ ਰਹੀ, ਅਚਨਚੇਤ ਲਿਸਟ ਜਾਰੀ ਹੋ ਜਾਂਦੀ ਹੈ। ਮੈਨੂੰ ਪਹਿਲਾਂ ਤਾਂ ਇਹ ਸਮਝਾਇਓ, ਇਹਦੇ ਅਰਥ ਕੀ ਲਈਏ? ਲਾਲਜੀਤ ਭੁੱਲਰ, ਅਨਮੋਲ ਗਗਨਮਾਨ, ਬਾਕੀ ਸਾਰੇ ਜਸਟ ਰਸਮ ਹੈ, ਕੋਈ ਬਹੁਤ ਵੱਡਾ ਫੇਰਬਦਲ ਨਹੀਂ। ਲੇਕਿਨ ਅਮਨ ਅਰੋੜਾ, ਜਿਹੜੇ ਕਦੇ ਦਿੱਲੀ ਦੇ ਬਹੁਤ ਨੇੜੇ ਸੀ, ਇਹ ਤਬਦੀਲੀ ਦਿੱਲੀ ਕਰ ਰਹੀ ਆ। ਮੁੱਖ ਮੰਤਰੀ ਸਾਹਿਬ ਨਾਲ ਉਹਨਾਂ ਦੀ ਕੋਈ ਮਨਮੁਟਾਵ ਸੀਗੀ, ਉਹਨਾਂ ਦੇ ਖਿਲਾਫ ਕੋਈ ਕਿਸੇ ਤਰ੍ਹਾਂ ਦੀ ਸ਼ਿਕਾਇਤ ਸੀ? ਕੀ ਕਾਰਨ ਰਹੇ ਕਿ ਉਹਨਾਂ ਕੋਲ ਦੋਵੇਂ ਅਤ ਅਹਿਮ ਮਹਿਕਮੇ ਵਾਪਸ ਲੈ ਲਏ ਗਏ? ਔਰ ਇਹਨੂੰ ਅਸੀਂ ਕਿਹੜੀ ਸਿਆਸਤ ਨਾਲ ਜੋੜ ਕੇ ਦੇਖੀਏ? ਵੈਸੇ ਤਾਂ ਇਹ ਹੈ ਕਿ ਅੱਜ ਸਰਕਾਰ ਬਹੁਤ ਰੁੱਝੀ ਹੋਈ ਸੀ ਵੱਖ-ਵੱਖ ਕਾਰਨਾਂ ਕਰਕੇ। ਇੱਕ ਤਾਂ ਲਗਾਤਾਰ ਸਾਰੇ ਮੰਤਰੀ ਭਵਿੱਖ ਦੀਆਂ ਗੱਲਾਂ, ਇੱਕ ਸਾਲ 'ਚ ਕੀ ਕੀਤਾ, ਇਹਦੇ ਤੇ ਏਜੰਡਾ ਪੰਜਾਬ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਦੱਸਣ ਲੱਗੇ ਸੀ ਕਿ ਅਸੀਂ ਬਹੁਤ ਚੰਗੀਆਂ ਚੀਜ਼ਾਂ ਕੀ ਕੀਤੀਆਂ ਨੇ ਤੇ ਕੀ ਕਰਨ ਜਾ ਰਹੇ ਹਾਂ। ਦੂਜਾ, ਜਿਹੜਾ ਇੱਕ ਬੜੇ ਵੱਡੇ ਪ੍ਰਾਪਤੀ ਵਜੋਂ ਪੇਸ਼ ਕੀਤਾ ਜਾ ਰਿਹਾ, G20 ਵਾਲਾ ਸੰਮੇਲਨ ਵੀ ਸਟਾਰਟ ਹੋਇਆ ਔਰ ਉਹਦੇ ਪਾਸੇ ਵੀ ਰੁਝੇਵਾਂ ਜਿਹੜਾ ਬੜਾ ਨਾਰਮਲ ਸੀਗਾ। ਸਰਕਾਰ ਦੇ ਸਾਲ ਦਾ ਆਖਰੀ ਦਿਨ ਉਸੇ ਦਿਨ ਰੀਸਫਲ ਹੋਵੇ ਤਾਂ ਬੜੀ ਚੁਕਾਉਣ ਜਿਹੀ ਵਾਲੀ ਹੁੰਦੀ ਹੈ। ਮਤਲਬ ਕੋਈ ਐ ਨਹੀਂ, ਚੌਂਕੜਾ ਸੁਭਾਵਿਕ ਹੈ ਕਿ ਦਿਨ ਲੰਘ ਵੀ ਸਕਦੇ ਨੇ ਅੱਗੇ ਪਿੱਛੇ ਥੋੜਾ ਬਹੁਤ, ਕੋਈ ਐਡੀ ਅਰਜੈਂਸੀ ਤਾਂ ਕੀ ਆ ਗਈ ਇਸ ਸਾਰੇ ਮਾਮਲੇ ਦੇ ਵਿੱਚ। ਔਰ ਅਮਨ ਅਰੋੜਾ ਵੀ ਕਹਿ ਕੇ ਗਏ ਨੇ ਇੱਕ ਟੀਵੀ ਚੈਨਲ ਤੇ ਕਾਫੀ ਦੇਰ ਬੈਠ ਕੇ ਕਿ ਕੀ ਕੀਤਾ, ਅੱਗੇ ਕੀ ਕਰਾਂਗੇ ਆਪਦੇ ਡਿਪਾਰਟਮੈਂਟਾਂ ਬਾਰੇ। ਜਿਹੜੇ ਵੀ ਡਿਪਾਰਟਮੈਂਟ ਉਹਨਾਂ ਕੋਲ ਸੀ, ਉਹਨਾਂ ਨੂੰ ਕੀ ਪਤਾ ਸੀ ਕਿ ਇੱਥੋਂ ਅਜੇ ਜਾਇਆ ਨਹੀਂ ਜਾਣਾ ਸਨਾਮ ਤੱਕ, ਤਾਂ ਰਸਤੇ ਦੇ ਵਿੱਚ ਹੀ ਕੁਝ ਨਾ ਕੁਝ ਫੇਰ ਬਦਲ ਕਿਸੇ ਨਾ ਕਿਸੇ ਟਾਈਪ ਦਾ ਹੋ ਜਾਣਾ। ਹੁਣ ਇਹ ਸਾਰੇ ਮਾਹੌਲ ਦੇ ਵਿੱਚ, ਇਹੋ ਜਿਹੇ ਦੇ ਵਿੱਚ ਇੱਕ ਸਾਲ 'ਚ ਭਗਵੰਤ ਮਾਨ ਦੀ ਸਰਕਾਰ ਦਾ ਇਹ ਚੌਥਾ ਫੇਰ ਬਦਲ ਹੈ ਜਿਹੜਾ ਮੰਤਰੀਆਂ ਦੇ ਪੋਰਟਫੋਲੀਓ 'ਚ। ਉਹ ਕਈ ਕਾਰਨ ਰਹੇ ਅਲੱਗ-ਅਲੱਗ। ਪਹਿਲਾਂ ਤਾਂ ਮੰਤਰੀ ਭਗਵੰਤ ਮਾਨ ਉਹਨਾਂ ਨੇ ਆਪ ਫੜਾ ਤੇ ਉਹਦਾ ਫਿਰ ਡਿਪਾਰਟਮੈਂਟ ਕਿਸੇ ਹੋਰ ਨੂੰ ਦੇਣਾ ਹੀ ਸੀ। ਫਿਰ ਉਸ ਤੋਂ ਬਾਅਦ ਮਤਲਬ ਬਾਬਾ ਫਰੀਦ ਯੂਨੀਵਰਸਿਟੀ 'ਚ ਰੌਲਾ ਪੈ ਜਾਂਦਾ ਹੈ ਵਾਈਸ ਚਾਂਸਲਰ ਨਾਲ ਮੰਤਰੀ ਦਾ। ਮੌਕੇ ਤੇ ਚਾਹੇ ਨਹੀਂ ਬਦਲਿਆ ਜਾਂਦਾ, ਪਰ ਬਾਅਦ ਦੇ ਵਿੱਚ ਜਾ ਕੇ ਉਸੇ ਜੌੜਾ ਮਾਜਰਾ ਦਾ ਜਿਹੜਾ ਉਹ ਪੋਰਟਫੋਲੀਓ ਬਦਲ ਦਿੱਤਾ ਜਾਂਦਾ ਹੈ। ਉਹਦੇ ਵੱਖ-ਵੱਖ ਤਰੀਕੇ, ਕੁਝ ਨਵੇਂ ਮੰਤਰੀ ਇੰਡਕਟ ਕੀਤੇ ਜਾਂਦੇ ਨੇ ਤਾਂ ਪੋਰਟਫੋਲੀਓ ਬਦਲਦੇ ਨੇ। ਉਸ ਤੋਂ ਬਾਅਦ ਇਹ ਕਈ ਚੀਜ਼ਾਂ ਹੋ ਜਾਂਦੀਆਂ ਨੇ ਉਸ ਸਾਰੇ ਮਾਹੌਲ ਦੇ ਵਿੱਚ। ਪਰ ਅੱਜ ਦਾ ਜਿਹੜਾ ਤਬਦੀਲੀ ਹੈ ਖਾਸ ਤੌਰ ਦੇ ਉੱਤੇ, ਇਹ ਜਿਹੜੀ ਚੋਟ ਹੈ, ਇਹ ਕਿਹਾ ਜਾ ਰਿਹਾ ਸੀ ਕਿ ਅਮਨ ਅਰੋੜਾ ਦਾ ਜਿਹੜਾ ਸਟੇਟਸ ਹੈ ਮਿਨਿਸਟਰੀ ਦੇ ਵਿੱਚ, ਉਹਨਾਂ ਦਾ ਆਪਣਾ ਮੇਰੇ ਖਿਆਲ ਮੰਤਰੀ ਮੰਡਲ 'ਚ ਬੈਠਣ ਦਾ ਜਿਹੜਾ ਉਹ ਚੇਅਰ 'ਚ ਲੱਗੀਆਂ ਹੁੰਦੀਆਂ ਨੇ, ਉਹਨੂੰ ਵੀ ਦੇਖਿਆ ਜਾਏ ਤੇ ਫੀਲਡ ਦੇ ਵਿੱਚ ਵਿਚਰਨ ਵੇਲੇ ਵੀ, ਔਰ ਉਹ ਇੱਕ ਦੂਸਰੇ ਨੰਬਰ ਦੇ ਮੰਤਰੀ ਦੀ ਤਰ੍ਹਾਂ। ਮਤਲਬ ਮੰਨ ਲਓ, ਚਲੋ ਜੇ ਫਾਈਨਾਂਸ ਡਿਪਾਰਟਮੈਂਟ ਨੂੰ ਦੂਸਰੇ ਦਾ ਮੰਨ ਲਓ ਤਾਂ ਭਗਵੰਤ ਮਾਨ, ਹਰਪਾਲ ਚੀਮਾ ਤੇ ਅਮਨ ਅਰੋੜਾ, ਇਹ ਉਸ
ਇੱਕ ਸੀਨੀਅਰਟੀ ਵੀ ਪਾਰਟੀ ਦੇ ਵਿੱਚ ਜੇਕਰ ਦੇਖੀ ਜਾਂਦੀ ਸੀ ਤਾਂ ਐਂ ਲੱਗਦਾ ਸੀ ਕਿ ਉਹ ਪਹਿਲਾਂ ਕਿਉਂ ਛੱਡਤੇ, ਪਹਿਲੇ ਉਹ ਟੈਨਿਓਰ ਚ ਛੱਡੇ ਰਹੇ ਨੇ, ਨਹੀਂ ਮੰਤਰੀ ਬਣਾਏ ਸੀ ਉਸ ਪੱਧਰ ਦੇ ਉੱਤੇ। ਤੇ ਉਹਨਾਂ ਨੂੰ ਡਿਪਾਰਟਮੈਂਟ ਵੀ ਦੋ ਬੜੇ ਵੱਡੇ ਦਿੱਤੇ ਗਏ, ਦੋ ਤਿੰਨ ਦੂਜੇ ਸੀ ਜਿਹੜੇ ਨਾਲ ਸਹਾਇਕ ਦੇ ਤੌਰ ਤੇ ਆਪਾਂ ਕਹਿੰਦੇ ਆ। ਇੱਕ ਲੋਕ ਸੰਪਰਕ ਵਿਭਾਗ, ਇੱਕ ਸ਼ਹਿਰੀ ਵਿਕਾਸ ਦਾ ਜਿਹੜਾ ਮੰਤਰਾਲਾ ਹੈ, ਜਿਹੜਾ ਬੜਾ ਵੱਡੇ ਤੌਰ ਤੇ ਅੱਧਾ ਪੰਜਾਬ ਕਹਿੰਦੇ ਆ ਵੀ ਸ਼ਹਿਰ ਦੀ ਡਿਵੈਲਪਮੈਂਟ ਦਾ ਮਾਮਲਾ ਹੁੰਦਾ ਤੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਹੁੰਦਾ। ਇਹ ਚ ਪੈਸਾ ਟਕਾ ਵੀ ਕਿਉਂਕਿ ਉਹਦੇ ਸਾਰੇ ਮਾਮਲੇ ਚ ਜਿੰਨੀਆਂ ਗਲਾਡਾ, ਜਿੰਨੀਆਂ ਪੁੱਡਾ, ਜਿੰਨੀਆਂ ਬਾਕੀ ਚੀਜ਼ਾਂ ਨੇ, ਉਹ ਲੋਕਲ ਬਾਡੀ ਜਿਹੜਾ ਡਿਪਾਰਟਮੈਂਟ ਹੁੰਦਾ ਸੀ ਨਾ ਅੱਜ ਕੱਲ੍ਹ ਸਥਾਨਕ ਸਰਕਾਰਾਂ ਦਾ, ਉਹ ਸ਼ਾਇਦ ਨਾਮ ਦਾ ਰਹਿ ਗਿਆ, ਉਹ ਸੇਵਾਵਾਂ ਸਬੂਵਾਂ ਰਹਿ ਗਿਆ। ਜਿਹੜਾ ਅਸਲ ਦੇ ਵਿੱਚ ਡਿਪਾਰਟਮੈਂਟ ਰਹਿ ਗਿਆ ਉਹ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦਾ ਡਿਪਾਰਟਮੈਂਟ ਹੈ। ਇਹ ਉਹਨਾਂ ਨੂੰ ਮਿਲਿਆ ਸੀ ਤੇ ਬਾਕੀ ਦੇ ਹੋਰ ਡਿਪਾਰਟਮੈਂਟ ਅੱਜ ਦੋਨੋਂ ਵਾਪਸ ਲੈ ਲਏ ਗਏ, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦਾ ਵੀ ਤੇ ਲੋਕ ਸੰਪਰਕ ਦਾ ਵੀ। ਲੋਕ ਸੰਪਰਕ ਬਾਰੇ ਤਾਂ ਜਿਵੇਂ ਪਹਿਲਾਂ ਤੁਸੀਂ ਗੱਲ ਕੀਤੀ, ਮੇਰਾ ਖਿਆਲ ਹੈ ਕਿ ਇਹ ਗੱਲ ਆਪਣੇ ਆਪ ਚ ਕਹੀ ਜਾਂਦੀ ਹੈ ਇੱਥੇ ਕਿ ਲੋਕ ਸੰਪਰਕ ਦਾ ਟੋਟਲ ਤੰਤਰ ਦਿੱਲੀ ਦੇ ਮਤਲਬ ਟੀਮ ਵੱਲੋਂ ਚਲਾਇਆ ਜਾ ਰਿਹਾ, ਔਰ ਇੱਕ ਸਮੇਂ ਤੱਕ, ਲੰਮੇ ਸਮੇਂ ਤੱਕ ਜਿਹੜੇ ਪਬਲਿਕ ਰਿਲੇਸ਼ਨ ਨਾਲ ਸੰਬੰਧਿਤ ਅਫਸਰ ਨੇ ਇੰਨੇ ਅਪਾਇੰਟ ਵੀ ਕੀਤੇ ਨੇ, ਉਹਨਾਂ ਕੋਲ ਵੀ ਕੋਈ ਕੰਮ ਨਹੀਂ ਸੀ। ਫਿਰ ਥੋੜਾ ਬਹੁਤ ਰੌਲਾ ਰੱਪਾ ਪੈਣ ਤੋਂ ਬਾਅਦ ਉਹਨਾਂ ਨੂੰ ਥੋੜਾ ਥੋੜਾ ਕੰਮ ਤਾਂ ਦਿੱਤਾ ਹੈ, ਪਰ ਅਜੇ ਵੀ ਫੈਸਲਾ ਕੁਲ ਕੰਮ ਨਹੀਂ ਹੈ, ਡਿਸੀਜਨ ਮੇਕਿੰਗ ਪਾਵਰ ਉੱਥੇ ਨਹੀਂ ਹੈ। ਉਹ ਦਿੱਲੀ ਦੀ ਟੀਮ ਕੋਲ ਹੀ ਆ ਉਸ ਲੈਵਲ ਤੇ, ਔਰ ਕਿਹੜੇ ਮਿਨਿਸਟਰ ਨੇ ਕੀ ਕਹਿਣਾ, ਕਿਹਨੂੰ ਕਿੰਨੀ ਐਡ ਜਾਣੀ ਹੈ, ਕਿੰਨਾ ਬਾਕੀ ਚੀਜ਼ਾਂ ਨੇ, ਇਹ ਸਾਰੀਆਂ ਤੈਅ ਕਹਿੰਦੇ ਉਹ ਦਿੱਲੀ ਦੀ ਟੀਮ ਕਰਦੀ ਹੈ। ਅਮਨ ਅਰੋੜਾ ਬੀਇੰਗ ਏ ਪਬਲਿਕ ਰਿਲੇਸ਼ਨ ਅਫਸਰ ਕਈ ਪੱਤਰਕਾਰਾਂ ਦੀਆਂ ਯੂਨੀਅਨਾਂ ਦੇ ਫੰਕਸ਼ਨਾਂ ਚ ਗਏ, ਉੱਥੇ ਕੁਝ ਚੀਜ਼ਾਂ ਅਨਾਉਂਸ ਵੀ ਕਰਕੇ ਆਏ, ਕੁਝ ਚੀਜ਼ਾਂ ਉਹਨਾਂ ਨੇ ਇਹ ਕਿਹਾ ਕੋਈ ਗੱਲ ਨਹੀਂ ਮੈਂ ਚੀਫ ਮਿਨਿਸਟਰ ਨਾਲ ਗੱਲ ਕਰਾਂਗਾ। ਔਰ ਮੈਨੂੰ ਲੱਗਦਾ ਉਹ ਟੀਮ ਸ਼ਾਇਦ ਇਸ ਗੱਲ ਤੋਂ ਵੀ ਨਾਰਾਜ਼ ਹੋ ਜਾਂਦੀ ਹੈ, ਮਿਨਿਸਟਰ ਦੀ ਕੀ ਔਕਾਤ ਹੈ ਉੱਥੇ ਜਾ ਕੇ ਕਿਹਾ ਸਟੇਜ ਤੇ ਆਪਾਂ ਕਿੱਧਰ ਗਏ ਆ, ਪਹਿਲਾਂ ਮਨਜ਼ੂਰੀ ਤਾਂ ਕਿਤੋਂ ਹੋਰ ਲੈਣੀ ਪੈਂਦੀ ਹੈ, ਕਿੰਨੀ ਗੱਲ ਬੋਲਣੀ ਆ ਕਿੰਨੀ ਨਹੀਂ। ਔਰ ਇਹ ਵੀ ਕਿਹਾ ਜਾਂਦਾ ਅਮਨ ਅਰੋੜਾ ਆਪਣੇ ਮਾਈਂਡ ਦੇ ਵਿਵੇਕ ਤੋਂ ਵੀ ਮਤਲਬ ਚੱਲਦਾ ਨਜ਼ਰ ਆਉਂਦੇ ਨੇ, ਕਈ ਕਾਰਨ ਨੇ ਇਸ ਗੱਲ ਦੇ, ਔਰ ਸ਼ਾਇਦ ਉਹ ਜਿੰਨਾ ਚਾਹੁੰਦੇ ਹੋਣ ਕਿ ਇੰਨਾ ਹੱਦ ਤੱਕ ਤੇਰਾ ਕਿਵੇਂ ਸਿਗਨੇਚਰ ਜਾਣਗੇ, ਬਾਕੀ ਕੁਝ ਨਹੀਂ ਜਾਏਗਾ। ਔਰ ਇਹ ਮਨਮਟੋਬ ਦਾ ਕਾਰਨ ਵੀ ਹੋ ਸਕਦਾ ਕਿ ਉਹਨਾਂ ਨੇ ਰਜਿਸਟ ਕੀਤਾ ਹੋਵੇ ਕੁਝ ਮਾਮਲਿਆਂ 'ਚ, ਜਾਂ ਮੈਂ ਉੱਥੇ ਕਮਿਟਮੈਂਟ ਕਰ ਆਇਆ, ਇਹ ਤਾਂ ਮੈਨੂੰ ਕਰਨ ਦੀ ਲੋੜ ਹੈ। ਇਹ ਵੀ ਇੱਕ ਕਿਹਾ ਜਾ ਰਿਹਾ ਵੀ ਇਹ ਕਾਰਨ ਹੋ ਸਕਦਾ ਪਬਲਿਕ ਰਿਲੇਸ਼ਨ ਦੇ ਮਾਮਲੇ ਦੇ ਵਿੱਚ। ਔਰ ਕਿਉਂਕਿ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਐਸਾ ਹੁੰਦਾ ਜੇ ਚੀਫ ਮਿਨਿਸਟਰ ਦੇ ਮੁਤਾਬਕ ਨਹੀਂ ਵਿਚਰਦਾ, ਨਾਰਮਲੀ ਉਹ ਘੱਟ ਕਿਸੇ ਹੋਰ ਨੂੰ ਦਿੱਤਾ ਜਾਂਦਾ, ਬਹੁਤ ਲੋਇਲ ਬੰਦੇ ਨੂੰ ਦਿੱਤਾ ਜਾਂਦਾ, ਪਰ ਇੱਥੇ ਦਿੱਲੀ ਚੀਫ ਮਿਨਿਸਟਰ ਵਾਂਗ ਬਿਹੇਵ ਕਰਦੀ ਹੈ ਇਸ ਮਾਮਲੇ 'ਚ। ਤੇ ਦੂਜੀ ਗੱਲ ਇਹ ਹੈ ਕਿ ਇਸੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਜਿਹੜਾ ਵਿੱਚ ਹੈ ਕਿ ਬੜਾ ਵੱਡਾ ਐਡਵਰਟਾਈਜ਼ਮੈਂਟ ਦਾ ਵਰਤਾਰਾ ਚੱਲਿਆ। ਸਾਡਾ ਕੰਮ ਬੋਲਦਾ ਜਿਹੜੀ ਮੁਹਿੰਮ ਹੈ ਤੁਹਾਡੇ ਸਾਹਮਣੇ ਹੈ ਕਿ ਇਹਦੇ ਤੇ ਇਤਰਾਜ਼ ਉੱਠਦਾ ਰਿਹਾ, ਵਿਰੋਧੀ ਧਿਰ ਕਹਿੰਦੀ ਰਹੀ 750 ਕਰੋੜ ਦਾ ਬਜਟ ਹੈ, ਕਿੱਥੋਂ ਆਊਗਾ ਬਜਟ 'ਚ ਤਾਂ ਪਤਾ ਨਹੀਂ, ਕਿਉਂਕਿ ਉਹ ਸਾਰੇ ਡਿਪਾਰਟਮੈਂਟਾਂ 'ਚੋਂ ਫਿਰ ਲੈਣ ਦੀ ਗੱਲ ਸੀ ਕਿ ਇੱਥੋਂ ਕਰਨਾ, ਜਿਵੇਂ ਵੀ ਕਰਨਾ। ਔਰ ਇਹ ਵੀ ਮੰਨਿਆ ਜਾਂਦਾ ਕਿ ਜਿਹੜੀ ਐਡਵਰਟਾਈਜ਼ਮੈਂਟ ਹੈ ਉਹ 'ਚ ਕਮਿਸ਼ਨ ਸਿਸਟਮ ਵੀ ਚੱਲਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਔਰ ਬੜੇ ਬਾਹਰੋਂ ਥਰੂ ਏਜੰਸੀਆਂ ਦਿੱਤਾ ਜਾਂਦਾ ਰਿਹਾ, ਉਹਨੂੰ ਵਿੱਚੋਂ ਕਮਿਸ਼ਨ ਦੇ ਕੇ ਅੱਗੇ ਅਖਬਾਰਾਂ ਤੇ ਟੀਵੀ ਚੈਨਲ ਨੂੰ। ਔਰ ਕਈ ਲੋਕਾਂ ਨੇ ਤਾਂ ਪਿਛਲੀਆਂ ਸਰਕਾਰਾਂ 'ਚ ਆਪਣੀਆਂ ਸਾਈਡ ਤੇ ਏਜੰਸੀਆਂ ਖੋਲ ਵੀ ਲਈਆਂ ਸੀ ਇਹੋ ਜਿਹੀਆਂ, ਜਿਹਦੇ ਚੋਂ ਇਸ ਤਰੀਕੇ ਨਾਲ ਬਣ ਜਾਂਦਾ। ਇਸ ਸਰਕਾਰ 'ਚ ਕੀ ਹੋ ਰਿਹਾ, ਦਿੱਲੀ ਦੀ ਟੀਮ ਕਿਵੇਂ ਆਪਰੇਟ ਕਰ ਰਹੀ ਹੈ, ਇਹ ਵੀ ਇੱਕ ਮਾਮਲਾ, ਪੈਸਾ ਬਹੁਤ ਵੱਡਾ ਰੋਲ ਪਲੇ ਕਰਦਾ ਹੈ, ਸ਼ਾਇਦ ਇਹ ਇੱਕ ਕਾਰਨ ਹੋ ਸਕਦਾ। ਜਿਹੜਾ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦਾ ਮਾਮਲਾ ਹੈ, ਔਰ ਉਹਦੇ 'ਚ ਮੰਨਿਆ ਜਾ ਰਿਹਾ ਕਿਉਂਕਿ ਹੁਣ ਮਾਸਟਰ ਪਲਾਨ ਬਣਨ ਤੋਂ ਲੈ ਕੇ ਜਿਹੜੀਆਂ ਇਹ ਚੀਜ਼ਾਂ ਕੁਝ ਕਰ ਰਹੇ ਸੀ, ਕੁਝ ਲੈਵਲ ਦੀਆਂ ਕਿਹਾ ਜਾ ਰਿਹਾ ਆਥੈਂਟਿਸਿਟੀ ਅਜੇ ਨਹੀਂ ਹੈ, ਕੀ ਹੈ ਕਿ ਚੀਫ ਮਿਨਿਸਟਰ ਕੋਲ ਵੀ ਕੁਝ ਸ਼ਿਕਾਇਤਾਂ ਸ਼ਹਿਰੀ ਕੁਝ ਲੋਕਾਂ ਦੀਆਂ ਆ ਰਹੀਆਂ ਸੀ ਕਿ ਕਈ ਮਾਮਲਿਆਂ ਦੇ ਵਿੱਚ ਨਹੀਂ ਉਹ ਹੋ ਰਿਹਾ। ਦੂਸਰੀ ਗੱਲ ਇਹ ਵੀ ਹੈ ਕਿ ਦੋ ਪਾਵਰ ਸੈਂਟਰ ਬਣੇ ਹੀ ਹੋਏ ਨੇ ਤੇ ਦਿੱਲੀ ਦਾ ਤੇ ਇਹ ਪਿਛਲੇ ਦਿਨਾਂ ਦੇ ਵਿੱਚ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ, ਜਿਹਨੂੰ ਰੇਰਾ ਕਿਹਾ ਜਾਂਦਾ ਹੈ, ਉਹਦਾ ਜਿਹੜਾ ਅਫਸਰ ਅਪੁਆਇੰਟ ਕੀਤਾ ਹੈ। ਨਾਰਮਲੀ ਸਰਕਾਰਾਂ ਦੇ ਵਿੱਚ ਇਹ ਗੱਲ ਕਲੀਅਰ ਹੈ ਕਿ ਸੰਬੰਧਿਤ ਮਿਨਿਸਟਰ ਨੂੰ ਇਹ ਨਹੀਂ ਪਤਾ ਹੁੰਦਾ, ਹਾਲਾਂਕਿ ਸੰਬੰਧਿਤ ਸੈਕਟਰੀ ਦੇ ਦਸਤਖਤਾਂ ਨਾਲ ਉਹਦੀ ਅਪੁਆਇੰਟਮੈਂਟ ਹੁੰਦੀ ਹੈ ਉਸ ਡਿਪਾਰਟਮੈਂਟ ਦੇ ਨਾਲ, ਚਾਹੇ ਉਹ ਮੰਡੀ ਬੋਰਡ ਦਾ ਚੇਅਰਮੈਨ ਲੱਗੇ, ਚਾਹੇ ਉਹ ਕਿਸਾਨ ਕਮਿਸ਼ਨ ਦਾ ਚੇਅਰਮੈਨ ਲੱਗੇ। ਜੇ ਖੇਤੀ ਮੰਤਰੀ ਨੂੰ ਨਹੀਂ ਪਤਾ ਲਾਸਟ ਤੱਕ ਤਾਂ ਅਮਰ ਅਰੋੜਾ ਸਾਹਿਬ ਦੇ ਵੀ ਦਖਲ ਨਹੀਂ ਹੋਣਾ ਉਸ ਮਾਮਲੇ 'ਚ। ਗੱਲ ਕਲੀਅਰ ਹੈ, ਦਿੱਲੀ ਉਸ ਢੰਗ ਨਾਲ ਬਿਹੇਵ ਕਰ ਰਹੀ ਹੈ। ਔਰ ਉਹਦੇ 'ਚ ਜਿਹੜੇ ਰਾਕੇਸ਼ ਕੁਮਾਰ ਗੋਇਲ ਜੀ ਲਾਏ ਨੇ IRS ਸਾਬਕਾ ਅਫਸਰ, ਜਿਹੜੇ ਉਹ ਦਿੱਲੀ ਦੇ ਕੋਰੀਡੋਰ ਦੇ ਬੜਾ ਸੱਤਾ ਦੇ, ਦਿੱਲੀ ਦਾ ਕੋਰੀਡੋਰ ਦਾ ਮਤਲਬ ਸੈਂਟਰ ਗਵਰਨਮੈਂਟ ਨਹੀਂ, ਮੇਰੇ ਖਿਆਲ ਕੇਜਰੀਵਾਲ ਉਹਨਾਂ ਦੀ ਹਾਈ ਕਮਾਂਡ ਦੀ ਜਿਹੜੀ ਗੱਲ ਹੈ, ਮਤਲਬ ਉਹਦੇ ਨੇੜੇ ਮੰਨੇ ਜਾਂਦੇ ਨੇ। ਪਿਛਲੇ ਦਿਨਾਂ ਦੇ ਵਿੱਚ ਹੋ ਸਕਦਾ ਅਮਨ ਅਰੋੜਾ ਨੂੰ ਲੱਗੇ ਕਿ ਮੈਨੂੰ ਰਿਪੋਰਟ ਕਰਨਾ ਚਾਹੀਦਾ ਹੈ, ਕਿਉਂਕਿ ਅਥਾਰਟੀ ਦਾ ਵੀ ਮਾਮਲਾ, ਕਈ ਕੇਸ ਉਹਦੇ ਕੋਲ ਜਾਂਦੇ ਨੇ, ਅਥਾਰਟੀ ਕੋਲ ਆਪਣੇ ਢੰਗ ਨਾਲ ਉਹ ਹੁੰਦਾ, ਔਰ ਹੋ ਸਕਦਾ ਹੈ
ਮਿਨਿਸਟਰ ਉਹ ਜਿਹੜੇ ਅਫਸਰ ਸਾਹਿਬ ਨੇ ਉਹਨਾਂ ਨੂੰ ਲੱਗੇ ਵੀ ਮਿਨਿਸਟਰ ਸਾਹਿਬ ਨੂੰ ਤਾਂ ਮੈਨੂੰ ਰਿਪੋਰਟ ਕਰਨਾ ਚਾਹੀਦਾ, ਸਗੋਂ ਜਿਹੜੇ ਮਾਮਲੇ ਨੇ ਅਸੀਂ ਸੁਲਝਾਉਣੇ ਨੇ। ਇਹੋ ਜਿਹਾ ਕਲੈਸ਼ ਵੀ ਸੰਭਵ ਹੋ ਸਕਦਾ, ਉਹਨਾਂ ਦੀ ਸ਼ਿਕਾਇਤ ਕੋਈ ਹੋਵੇ, ਉਹਨਾਂ ਨੇ ਕੋਈ ਗੱਲ ਕੀਤੀ ਹੋਵੇ। ਇੱਕ ਗੱਲ ਹੋਰ ਵੀ ਹੈ ਮੇਰੇ ਖਿਆਲ ਅਮਨ ਅਰੋੜਾ ਪੋਲੀਟੀਕਲੀ ਜਿਹੜੀ ਬਿਆਨਬਾਜ਼ੀ ਹੈ, ਸ਼ਾਇਦ ਇਹ ਵੀ ਕਈ ਵਾਰ ਆਮ ਆਦਮੀ ਪਾਰਟੀ 'ਚ ਤੁਸੀਂ ਦੇਖਿਆ ਕਿ ਮਿਨਿਸਟਰ ਬੋਲਦੇ ਹੀ ਨਹੀਂ ਹੈ, 92 ਐਮਐਲਏ ਬੋਲਦੇ ਹੀ ਨਹੀਂ ਹੈ, ਕਿੱਥੇ ਹੈ, ਕਿਸੇ ਵੀ ਮੁੱਦੇ ਤੇ ਨਹੀਂ ਬੋਲਦੇ। ਪਰ ਅਮਨ ਅਰੋੜਾ ਨਾਰਮਲੀ ਬੋਲਦੇ ਨੇ ਹਰ ਮੁੱਦੇ ਦੇ ਉੱਤੇ। ਦੋ ਮੁੱਦਿਆਂ ਦੇ ਉੱਤੇ ਜਿਹੜਾ ਪਾਰਟੀ ਦੀ ਲਾਈਨ ਅਡਾਪਟ ਕੀਤੀ ਜਾ ਰਹੀ ਸੀ ਨਾਰਮਲੀ ਚੀਫ ਮਿਨਿਸਟਰ ਵੱਲੋਂ ਜਾਂ ਬਾਕੀ, ਅਮਨ ਅਰੋੜਾ ਨੇ ਥੋੜਾ ਜਿਹਾ ਆਪਣੇ ਮਾਈਂਡ ਨਾਲ ਆਪਣੀ ਗੱਲ ਕੀਤੀ ਸੀ। ਇੱਕ ਹਾਲੀਆ ਤੁਰੰਤ ਦੀ ਗੱਲ ਹੈ, ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਉਹਨੇ ਵਿਧਾਨ ਸਭਾ ਦੇ ਵਿੱਚ ਸਟੈਂਡ ਲੈ ਲਿਆ, ਕਹਿ ਕੇ ਬਾਕੀ ਚੀਜ਼ਾਂ ਠੀਕ ਸੀ ਆਪਣੀ ਜਗ੍ਹਾ, ਜਿਹਦੇ ਤੇ ਨਵਾਂ ਇਸ਼ੂ ਬਣਿਆ ਹੈ ਵੀ ਇਹ ਕੋਈ ਰਾਕਟ ਸਾਇੰਸ ਥੋੜੀ ਹੈ, ਜੇ ਕਿਸੇ ਦੀ ਸਿਕਿਉਰਿਟੀ ਵਿਡਰਾ ਕਰ ਵੀ ਲਈ ਉਹ ਵੀ ਜਨਤਕ ਫੀਲਡ 'ਚ ਚਲੀ ਹੋ ਜਾਣੀ ਸੀ, ਇਹ ਐਡੀ ਬੜੀ ਗੱਲ ਨਹੀਂ ਹੈ, ਮਤਲਬ ਕੋਈ ਬਹੁਤਾ ਰੌਲਾ ਪਾਉਣ ਜੋਗੀ ਇਸ ਲੈਵਲ ਦੀ ਗੱਲ ਨਹੀਂ। ਇੱਕ ਵਾਰ ਉਹਨਾਂ ਨੇ ਜੀਰੇ ਫੈਕਟਰੀ 'ਚ ਜਦੋਂ ਚੀਫ ਮਿਨਿਸਟਰ ਅਗਲੇ ਹੀ ਦਿਨ ਐਲਾਨ ਕਰਦਾ ਵੀ ਇਹ ਬੰਦ ਕਰ ਦਿੱਤੀ ਗਈ ਹੈ, ਮੈਂ ਆਰਡਰ ਕਰ ਦਿੱਤਾ ਗਿਆ, ਉਹ ਤੋਂ ਇੱਕ ਦਿਨ ਪਹਿਲਾਂ ਅਮਨ ਅਰੋੜਾ ਦਾ ਬਿਆਨ ਆਉਂਦਾ ਵੀ ਐਂ ਤਾਂ ਫਿਰ ਫੈਕਟਰੀਆਂ ਬੰਦ ਹੋਣ ਲੱਗ ਗਈਆਂ, ਇਹ ਤਾਂ ਭੀੜ ਤੰਤਰ ਹੋ ਜਾਏਗਾ, ਇਹ ਕਿਸੇ ਨੂੰ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ, ਤੁਸੀਂ ਧਰਨੇ ਲਾ ਕੇ ਉੱਥੇ ਫੈਕਟਰੀਆਂ ਬੰਦ ਕਰਾ ਦੋਗੇ। ਇਹ ਵੀ ਸਟੈਂਡ ਲਿਆ ਸੀ। ਪਬਲਿਕ ਪ੍ਰੋਸੈਪਸ਼ਨ ਦੇ ਵਿੱਚ ਜੇ ਦੇਖਣਾ ਹੋਵੇ, ਇਹ ਕਈ ਰੀਜਨ ਨੇ, ਅਸਲੀ ਕਾਰਨ ਕੀ ਹੋਏਗਾ ਉਹ ਇੱਕ ਅਲੱਗ ਗੱਲ ਹੈ, ਪਰ ਕਿੰਨੇ ਹੀ ਕਾਰਨ ਜੁੜ ਕੇ ਇਸ ਪਾਸੇ ਬਣ ਜਾਂਦਾ ਹੈ। ਜਿਹੜਾ ਪਬਲਿਕ ਰਿਲੇਸ਼ਨ ਜੌੜਾ ਮਾਜਰਾ ਨੂੰ ਗਿਆ ਤੇ ਪਬਲਿਕ ਰਿਲੇਸ਼ਨ ਉੱਥੇ ਰੀੜ ਦੀ ਹੱਡੀ ਕਾਇਮ ਵਾਲਾ ਬੰਦਾ, ਜਿਹੜਾ ਸਟੈਂਡ ਲੈਣ ਵਾਲਾ ਬੰਦਾ ਨਹੀਂ ਚਾਹੀਦਾ ਹੁੰਦਾ। ਤੁਹਾਨੂੰ ਇਹੋ ਜਿਹਾ ਬੰਦਾ ਚਾਹੀਦਾ ਹੁੰਦਾ ਜਿਹੜਾ ਕਹੇ ਜਨਾਬ ਕੰਮ ਤੁਸੀਂ ਕਰਦੇ ਜਾਓ ਤੇ ਮੇਰੇ ਤੋਂ ਦਸਤਖਤ ਕਰਾ ਲਿਆ ਕਰੋ। ਸ਼ਾਇਦ ਇਹ ਰੀਜਨ ਵੀ ਹੁੰਦੇ ਨੇ, ਕਈ ਵਾਰ ਇਹੋ ਜਿਹੇ ਪੋਰਟਫੋਲੀਓ ਐਵੇਂ ਹੀ ਦੇਣੇ ਪੈਂਦੇ ਨੇ ਤੇ ਕੁਝ ਲੋਕਾਂ ਨੂੰ ਵੀ ਚਲੋ ਠੀਕ ਹੈ ਜੀ ਤੁਸੀਂ ਜਾਓ। ਔਰ ਪਹਿਲੀ ਸਰਕਾਰ 'ਚ ਵੀ ਇਹੋ ਜਿਹੇ ਇੱਕ ਦੋ ਮੰਤਰੀ ਰਹੇ ਨੇ, ਜਿਹੜੀ ਅਮਰਿੰਦਰ ਸਿੰਘ ਤੇ ਚੰਨੀ ਦੀ ਸਰਕਾਰ ਵੇਲੇ ਵੀ, ਕੋਈ ਐ ਨਹੀਂ ਹੈ ਕਿ ਅੱਜ ਪਹਿਲੀ ਵਾਰ ਇਹੋ ਜਿਹਾ ਮੰਤਰੀ ਕੋਈ ਹੋ ਰਿਹਾ ਜੀ। ਲੇਕਿਨ ਦੋ ਪਹਿਲੂ ਇਹਦੇ 'ਚ ਹੋਰ ਹੈ ਮਾਂ, ਦੇਖੋ ਆਪ ਤੁਹਾਨੂੰ ਯਾਦ ਹੋਣਾ, ਜੇ ਤੁਸੀਂ ਪਿਛਾਂਹ ਨੂੰ ਝਾਤੀ ਮਾਰੋ, ਅਸੀਂ ਇਹ ਪ੍ਰੋਗਰਾਮ ਦੇ ਵਿੱਚ ਹੀ ਜਿਸ ਦਿਨ ਹਰਜੋਤ ਬੈਂਸ ਦਾ ਮਹਿਕਮਾ ਬਦਲਿਆ ਜਾਂਦਾ, ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਇਹ ਕਿਹਾ ਸੀਗਾ ਕਿ ਹੁਣ ਮਾਈਨਿੰਗ ਮੰਤਰੀ ਬਦਲੇ ਜਾਣਗੇ। ਉਸ ਤੋਂ ਇੱਕ ਦਿਨ ਪਹਿਲਾਂ ਜਦੋਂ ਅਸੀਂ ਕ੍ਰਿਸ਼ਨ ਕੁਮਾਰ ਦੇ ਤਬਾਦਲੇ ਦਾ ਜ਼ਿਕਰ ਕਰ ਰਹੇ ਸੀਗੇ ਤੇ ਅਸੀਂ ਇਹ ਹਰਜੋਤ ਬੈਂਸ ਦੇ ਤਬਾਦਲੇ ਦੀ ਭਵਿੱਖਬਾਣੀ ਕੀਤੀ ਸੀ, ਉਹਨਾਂ ਦੇ ਪੋਰਟਫੋਲੀਓ ਬਦਲੇ ਜਾਣ ਦੀ ਗੱਲ ਅਸੀਂ ਕੀਤੀ ਸੀ। ਤੇ ਅੱਜ ਤੁਸੀਂ ਦੇਖੋ ਕਿਆ ਕੋ ਇਨਸੀਡੈਂਟ ਹੈ, ਆਪਸ ਵਿੱਚ ਜੁੜਦੀ ਗੱਲ ਹੈ ਕਿ ਇੱਕ ਦਿਨ ਪਹਿਲਾਂ ਰਾਹੁਲ ਭੰਡਾਰੀ ਪ੍ਰਿੰਸੀਪਲ ਸੈਕਟਰੀ ਲੋਕ ਸੰਪਰਕ ਦੇ, ਉਹਨਾਂ ਨੂੰ ਬਦਲਿਆ ਜਾਂਦਾ ਔਰ ਅੱਜ ਦੂਜੇ ਦਿਨ ਉਸ ਮਹਿਕਮੇ ਦਾ ਮੰਤਰੀ ਬਦਲ ਦਿੱਤਾ ਜਾਂਦਾ। ਇਹਨਾਂ ਦਾ ਕੋਈ ਆਪਸ ਵਿੱਚ ਲੈਣ ਦੇਣ ਹੈ, ਨੰਬਰ 1। ਦੂਜੀ ਗੱਲ, ਇੱਥੇ ਇੱਕ ਹੋਰ ਗੱਲ ਵੀ ਉੱਡਦੀ ਰਹੀ ਕਿ ਰਾਹੁਲ ਭੰਡਾਰੀ ਨੇ ਕੁਝ ਇੱਕ ਵੈਬ ਚੈਨਲਸ ਨੂੰ ਉਹਨਾਂ ਦੀ ਜ਼ਿਆਦਾ ਗਈ ਐਡ, ਸ਼ਾਇਦ ਉਹਦੇ ਕੋਈ ਨੋਰਮਸ ਹੋਣ, ਟੈਕਨੀਕੈਲਿਟੀਜ਼ ਹੋਣ, ਕਈ ਪੰਗੇਬਾਜ਼ੀਆਂ ਹੋਣ, ਉਹਦੇ ਆਧਾਰ ਤੇ ਗਏ ਪੈਸਿਆਂ ਦੀ ਰਿਕਵਰੀ ਦਾ ਇੱਕ ਨੋਟਿਸ ਸਾਈਨ ਕਰਤਾ ਸੀ। ਲੇਕਿਨ ਉਸ ਤੋਂ ਬਾਅਦ ਜਿਹੜੇ ਸੈਕਟਰੀ ਇਸ ਮਹਿਕਮੇ ਦੇ ਲਾਏ ਜਾਂਦੇ ਨੇ, ਉਹਨਾਂ ਨੇ ਉਹ ਸਾਈਨ ਕੀਤਾ ਨੋਟਿਸ, ਸਿਰਫ ਚਾਰਜ ਆਪਣੇ ਕੋਲ ਹੋਣ ਕਾਰਨ ਹੀ ਉਹਨੂੰ ਰੱਦ ਕਰਤਾ ਸੀ। ਪਰ ਚੰਡੀਗੜ੍ਹ ਦੇ ਵਿੱਚ ਇੱਕ ਡਿਨਰ ਵੀ ਸੰਪਾਦਕਾਂ ਨਾਲ ਹੋਇਆ। ਹੁਣ ਇਹ ਦੇਖਣ ਵਾਲੀ ਗੱਲ ਆ ਕਿ ਇਸ ਮਹਿਕਮੇ ਦੇ ਮੰਤਰੀ ਔਰ ਸੈਕਟਰੀ ਨਾਲ ਸੰਬੰਧਿਤ, ਕਿਉਂਕਿ ਅੱਗੇ ਜਲੰਧਰ ਦੀ ਜਿਮਨੀ ਚੋਣ ਆ ਰਹੀ, ਕਿ ਇਸ ਕਰਕੇ ਵੀ ਅੰਦਰ ਕੋਈ ਗੱਲ ਹੋਈ ਵੀ ਆਹ ਗੱਲ ਠੀਕ ਨਹੀਂ ਹੋ ਰਹੀ। ਦੂਜੀ ਗੱਲ, ਮੁੱਖ ਮੰਤਰੀ ਭਗਵੰਤ ਮਾਨ ਔਰ ਅਮਨ ਅਰੋੜਾ ਆਪਸ ਵਿੱਚ ਕਈ ਚਿਰ ਤੋਂ, ਜਦੋਂ ਪਿਛਲੀ ਵਿਰੋਧੀ ਪਾਰਟੀ ਸੀਗੀ ਵਿਧਾਨ ਸਭਾ ਦੇ ਵਿੱਚ, ਉਦੋਂ ਅਮਨ ਅਰੋੜਾ ਹੀ ਚਿਹਰਾ ਸੀਗੇ, ਕਾਫੀ ਦੇਰ ਤੱਕ ਉਹ ਚਿਹਰਾ ਰਹੇ, ਫਿਰ ਉਹ ਪਿਛਾਂਹ ਚਲੇ ਗਏ, ਅਟਕਲਾਂ ਲੱਗਣ ਲੱਗ ਪਈਆਂ ਵੀ ਉਹ ਕਾਂਗਰਸ ਜੁਆਇਨ ਕਰ ਜਾਣਗੇ। ਉਸ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਫਾਇਰ ਬ੍ਰਾਂਡ ਨੇਤਾ ਸੀਗੇ, ਹਰ ਜਗ੍ਹਾ ਪ੍ਰੈਸ ਕਾਨਫਰੰਸ ਉਹੀ ਕਰਦੇ ਸੀ। ਸੋ ਜੇ ਦੋ ਸਮਾਨਾਂਤਰ ਧਰਾਵਾਂ ਸੀ, ਖੈਰਾ ਦੇ ਜਾਣ ਤੋਂ ਬਾਅਦ ਅਮਨ ਅਰੋੜਾ ਤੇ ਭਗਵੰਤ ਮਾਨ, ਤੀਜਾ ਕੋਈ ਉਸ ਲੈਵਲ ਦਾ, ਉਸ ਵੱਡੇ ਲੈਵਲ ਦਾ ਲੀਡਰ, ਕਦੇ ਕਦੇ ਬਲਜਿੰਦਰ ਕੌਰ ਵਿੱਚ ਆ ਜਾਂਦੇ ਸੀ ਥੋੜੀ ਦੇਰ ਲਈ ਅੱਗੇ, ਪਰ ਇਹ ਦੋ ਬੰਦੇ ਆਪਸ ਵਿੱਚ ਸ਼ਰੀਕੇ ਚ ਰਹੇ, ਦਿਸਦੇ ਨਹੀਂ ਸੀ, ਲੱਗਦੀ ਤਾਂ ਇੰਜ ਸੀ ਜਿਵੇਂ ਘਿਓ ਖਿਚੜੀ ਹੋਣ। ਤੇ ਹੁਣ ਵੀ ਜੇ ਭਗਵੰਤ ਮਾਨ ਨਹੀਂ ਤਾਂ ਕੌਣ, ਕਿਉਂਕਿ ਹਰੇਕ ਮੁੱਖ ਮੰਤਰੀ ਦੇ ਸਾਹਮਣੇ ਇੱਕ ਸ਼ਰੀਕ ਤਾਂ ਰਹਿੰਦਾ ਹੀ ਆ। ਕੈਪਟਨ ਅਮਰਿੰਦਰ ਦੇ ਨਾਲ ਰਜਿੰਦਰ ਕੌਰ ਭੱਠਲ ਜਾਂ ਪ੍ਰਤਾਪ ਸਿੰਘ ਬਾਜਵਾ ਦੇ ਰੂਪ ਚ, ਔਰ ਬਾਦਲ ਸਾਹਿਬ ਦੇ ਨਾਲ ਟੌੜਾ ਜਾਂ ਬਾਕੀ, ਇਹ ਚੀਜ਼ਾਂ ਸਦਾ ਚੱਲਦੀਆਂ ਰਹੀਆਂ ਔਰ ਸ਼ਰੀਕ ਨੂੰ ਤੁਸੀਂ ਵੱਡਾ ਹੋਣ ਤੋਂ ਰੋਕਦੇ ਹੀ ਰਹੇ। ਇਹ ਮੁੱਖ ਮੰਤਰੀ ਦਾ ਵਿਵੇਕ ਹੁੰਦਾ, ਅਖਤਿਆਰ ਹੁੰਦਾ ਕਿ ਉਹਨੇ ਕਿਹਨੂੰ ਮੰਤਰੀ ਰੱਖਣਾ ਜਾਂ ਨਹੀਂ ਰੱਖਣਾ, ਪਰ ਮੁੱਖ ਮੰਤਰੀ ਦਿੱਲੀ ਨੂੰ ਨਾਰਾਜ਼ ਕਰ ਹੀ ਨਹੀਂ ਸਕਦੇ, ਇਸ ਤੁਹਾਨੂੰ ਸਾਨੂੰ ਪਤਾ ਹੈ। ਹੁਣ ਕੀ ਦਿੱਲੀ ਸਿਰਫ ਲੋਕ ਸੰਪਰਕ ਵਾਪਸ ਲੈਣਾ ਚਾਹੁੰਦੀ ਸੀ ਤੇ ਮੁੱਖ ਮੰਤਰੀ ਨੇ ਸੋਚਿਆ ਵੀ ਮੌਕਾ ਹੈ ਤੇ ਆਪਣਾ ਸਕੋਰ ਸੈੱਟ ਕਰ ਲਈਏ, ਨਾਲ ਹਾਊਸਿੰਗ ਵੀ ਲੈ ਲਿਆ, ਕੋਈ ਦੋ ਚਾਰ ਘਟਨਾਵਾਂ ਦੱਸ ਕੇ?
ਇਹ ਮੁੱਖ ਮੰਤਰੀ ਤੇ ਅਮਨ ਅਰੋੜੇ ਦੇ ਵਿੱਚ ਪੁਰਾਣੀ ਸ਼ਰੀਕੇਬਾਜ਼ੀ ਦਾ ਨਵਾਂ ਫੇਜ਼ ਹੈ, ਨਵਾਂ ਚੈਪਟਰ ਹੈ। ਇੱਕ ਇਹ ਪਹਿਲੂ ਨੂੰ ਜ਼ਰੂਰ ਐਡਰੈਸ ਕਰ ਦਿਓ। ਤੇ ਦੂਜਾ, ਕੀ ਇਹ ਕੋਇਨਸੀਡੈਂਟ ਹੈ ਜਾਂ ਸੱਚਮੁੱਚ ਕੋਈ ਕਾਰਨ ਹੈ ਕਿ ਸੈਕਟਰੀ, ਪ੍ਰਿੰਸੀਪਲ ਸੈਕਟਰੀ ਔਰ ਮੰਤਰੀ ਲਗਭਗ ਇੱਕ ਦਿਨ ਦੇ ਵਕਫੇ ਤੋਂ ਬਾਅਦ ਕ੍ਰਿਸ਼ਨ ਕੁਮਾਰ ਤੇ ਹਰਜੋਤ ਬੈਂਸ ਵਾਂਗ ਬਦਲਤੇ ਜਾਂਦੇ? ਮੈਨੂੰ ਲੱਗਦਾ ਤੇ ਇਹਦੇ ਕਈ ਕਾਰਨ ਰਲ ਵੀ ਜਾਂਦੇ ਨੇ, ਕਈ ਵਾਰ ਜ਼ਰੂਰੀ ਨਹੀਂ ਇੱਕ ਕਾਰਨ ਹੁੰਦਾ, ਜਿਵੇਂ ਕਹਿੰਦੇ ਨੇ ਅਕਮੂਲੇਟਿੰਗ ਇਫੈਕਟ ਹੁੰਦਾ, ਇਕੱਠੇ ਹੋ ਜਾਂਦੀਆਂ ਨੇ ਚੀਜ਼ਾਂ ਚੱਲਦੀਆਂ ਚੱਲਦੀਆਂ ਜਿਹੜੀਆਂ ਉਸ ਮਾਮਲੇ ਤੇ ਜਾ ਕੇ ਉੱਥੇ ਖੜਦੀਆਂ ਨੇ। ਔਰ ਜੇਕਰ ਇਹ ਦੇਖਿਆ ਜਾਏ, ਇਕੱਲੇ ਰਾਹੁਲ ਭੰਡਾਰੀ ਨਹੀਂ, ਰਾਹੁਲ ਭੰਡਾਰੀ ਉਹਨਾਂ ਦੀ ਪਤਨੀ ਜਿਹੜੇ ਗਵਰਨਰ ਹਾਊਸ ਦੇ ਵਿੱਚ ਵੀ ਲੱਗੇ ਸੀ ਤੇ ਉਹਨਾਂ ਦੀ ਵੀ ਹਟਣ ਦਾ ਜਿਹੜਾ ਮਾਮਲਾ, ਉਹ ਵੀ ਇਹਦੇ ਵਿੱਚ ਇਨਵੋਲਵਮੈਂਟ ਉਸ ਲੈਵਲ ਦੀ ਸੀ ਕਿ ਚੀਫ ਮਿਨਿਸਟਰ ਨੇ ਤੇ ਗਵਰਨਰ ਸਾਹਿਬ ਨੇ ਤਾਂ ਫੈਸਲਾ ਕੀਤਾ ਸੀ ਇੱਕ ਦੂਸਰੇ ਅਧਿਕਾਰੀ ਦਾ, ਜਿਹੜੇ ਬਾਅਦ ਦੇ ਵਿੱਚ ਹੁਣ ਲਗਾਉਣ ਦਾ ਆਰਡਰ ਹੋਇਆ ਕੇਸਵਾ ਪ੍ਰਸਾਦ ਦਾ, ਤੇ ਉਹ ਕੋਈ ਦਖਲਅੰਦਾਜ਼ੀ ਹੋ ਕੇ ਮੈਡਮ ਰਾਖੀ ਭੰਡਾਰੀ ਚਲੇ ਗਏ ਸੀ, ਕਈ ਮਹੀਨਿਆਂ ਤੱਕ ਰਹਿ ਗਏ ਤੇ ਸਾਰੀਆਂ ਚੀਜ਼ਾਂ ਹੋਈਆਂ। ਕਦੋਂ ਕਿਸੇ ਦਾ ਦੌ ਭਰ ਜੇ ਤੇ ਕੀ ਕਰੇ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਇਕੁਏਸ਼ਨ 'ਚ ਗੋਟੀਆਂ ਸੈੱਟ ਹੋ ਜਾਣ, ਇਹ ਫੈਸਲੇ ਉਦੋਂ ਤੱਕ ਵੇਟ ਵੀ ਕਰ ਲੈਂਦੇ ਨੇ ਕਈ ਵਾਰ ਤੇ ਕਿ ਨਹੀਂ ਵੀ। ਔਰ ਇੱਕ ਕਾਰਨ ਮੈਨੂੰ ਇਹ ਵੀ ਲੱਗਦਾ ਕਿਤੇ ਇਹ ਤਾਂ ਨਹੀਂ ਹੈ, ਜਦੋਂ ਦੁਪਹਿਰ ਤੋਂ ਅੱਜ ਤੋਂ ਇੱਕ ਨਵੀਂ ਗੱਲ ਹੋਣ ਲੱਗੀ ਹੈ ਗੈਂਗਸਟਰ ਦਾ ਮੁੱਦਾ, ਔਰ ਇਹ ਸਟਾਰਟ ਹੋਇਆ ਕਿ ਪੰਜਾਬ ਗਵਰਨਮੈਂਟ ਜਵਾਬ ਨਹੀਂ ਦੇ ਰਹੀ, ਫਲਾਨਾ ਨਹੀਂ, ਪੰਜਾਬ ਦੀਆਂ ਜਿਹੜਾ ਚਾਹ ਹੋ ਰਿਹਾ, ਪੰਜਾਬ ਆ ਰਿਹਾ, ਉਸ ਨਿਊਜ਼ ਨੂੰ ਓਵਰਕਮ ਕਰਨ ਦੇ ਲਈ ਵੀ ਤਾਂ ਤੁਰੰਤ ਅੱਜ ਦਾ ਦਿਨ ਹੀ ਨਹੀਂ ਚੁਣ ਲਿਆ ਗਿਆ ਵੀ ਕੱਲ ਪਰਸੋਂ ਵੀ ਹੋ ਸਕਦਾ ਸੀ, ਚੌਥੇ ਹੋ ਸਕਦਾ ਸੀ। ਪੋਲੀਟੀਸ਼ੀਅਨ ਇਹਨਾਂ ਗੱਲਾਂ ਪ੍ਰਤੀ ਵੀ ਸੈਂਸਿਟਿਵ ਹੈ ਬਹੁਤ ਜ਼ਿਆਦਾ ਕਿ ਨਿਊਜ਼ ਤੇ ਨਿਊਜ਼ ਕਿਵੇਂ ਪਰੋਸਣੀਆਂ, ਜਿਹਦੇ ਕਰਕੇ ਇਹ ਲੱਗੇ ਕਿ ਦੂਜੀ ਦਾ ਆਭਾ ਜਿਹੜੀ ਉਹਦੇ ਮੱਧਮ ਪੈ ਜੇ ਤਾਂ ਦੂਜੀ ਦਾ ਜਿਹੜਾ ਜਲਵਾ ਜਿਹੜਾ ਉਧਰ ਚੱਲ ਰਿਹਾ ਉਹ ਥੋੜਾ ਜਿਹਾ ਕਨਵਰਟ ਹੋ ਜੇ। ਔਰ ਜਿਹੜਾ ਕਿ ਲੱਗ ਵੀ ਰਿਹਾ, ਜੇਕਰ ਹੋਰ ਕੋਈ 1 ਸਾਲ ਦਾ ਜਿਹੜਾ ਏਜੰਡਾ ਪੰਜਾਬ ਤਾਂ ਉਹਨੂੰ ਨਹੀਂ ਕਨਵਰਟ ਕਰ ਸਕਿਆ, ਉਹ ਦੱਬਿਆ ਗਿਆ। ਪਰ ਇਹ ਤਬਾਦਲਿਆਂ ਨੇ ਜ਼ਰੂਰ ਮੇਰੇ ਖਿਆਲ ਇੱਕ ਲੈਵਲ ਦੀ ਠੱਲ ਪਾ ਦੇਣੀ ਹੈ ਉਸ ਪੱਧਰ ਦੇ ਉੱਤੇ ਜਿਸ ਲੈਵਲ ਤੇ ਉੱਤੇ ਜਾਂਦੀਆਂ ਨੇ। ਖੈਰ ਸਿਆਸਤ ਹੈ ਤੇ ਸਿਆਸਤ ਦੇ ਸਾਰੇ ਮਾਮਲਿਆਂ ਦੇ ਵਿੱਚ ਸਿਆਸਤ ਦੀ ਸ਼ਤਰੰਜ ਦੇ ਜਿਹੜੇ ਮੋਹਰੇ ਨੇ ਉਹ ਕਿੱਧਰ ਕਦੋਂ ਚੱਲਦਾ, ਕਿਵੇਂ ਚੱਲਦਾ, ਤੇ ਜਿਨ੍ਹਾਂ ਕੋਲ ਡਿਸੀਜਨ ਮੇਕਿੰਗ ਪਾਵਰ ਹੁੰਦੀ ਆ ਉਹ ਚਲਾਉਂਦੇ ਨੇ। ਬਾਕੀ ਸਾਰੀਆਂ ਆਪੋ ਆਪਣੇ ਜਗ੍ਹਾ ਤੇ ਇਸ ਲੈਵਲ ਦੀਆਂ ਚੀਜ਼ਾਂ ਹੁੰਦੀਆਂ ਨੇ। ਔਰ ਨਾਲ ਦੀ ਨਾਲ ਇੱਕ ਹੋਰ ਇੰਟਰਸਟਿੰਗ ਗੱਲ ਇਹ ਵੀ ਹੈ, ਗਵਰਨਰ ਸਾਹਿਬ ਲੱਖ ਨਾਰਾਜ਼ ਹੋਣ ਪਰ ਇਹਦੇ ਤੇ ਫਟਾਫਟ ਦਸਤਖਤ ਕਰਕੇ ਤੋੜ ਦਿੱਤੇ ਨੇ ਵਾਪਸ। ਆ ਜਿਹੜੇ ਪੋਰਟਫੋਲੀਓ ਵਾਪਸ ਵਾਲੀ ਗੱਲ ਹੈ ਨਾ ਵੀ ਲਓ ਜੀ ਚੱਕੋ ਆਪਣੇ ਜਿੰਨੇ ਮਰਜ਼ੀ ਲੈ ਜਾਓ। ਨਹੀਂ, ਗਵਰਨਰ ਸਾਹਿਬ ਨੇ ਇਕੱਲੇ ਉਹੀ ਨਹੀਂ, ਮੈਨੂੰ ਲੱਗਦਾ ਜਦੋਂ ਉਹਨਾਂ ਕੋਲੋਂ ਫਾਈਲ ਗਈ ਮੰਤਰੀਆਂ ਦੇ ਰੀਸ਼ਫਲਿੰਗ ਵਾਲੀ, ਤੇ ਉਹਨਾਂ ਨੇ ਨਾਲ ਦੀ ਨਾਲ ਆਪਣੀ ਵੀ ਉਹ ਜਿਹੜੀ ਪੁਰਾਣੀ ਪੜਾਸ ਸੀ ਨਾ, ਜਿਹੜੀ ਜੱਜਮੈਂਟ ਦੇ ਰੂਪ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚੋਂ ਵੀ ਆਈ ਸੀ, ਉਹਨੂੰ ਵੀ ਬਾਹਰ ਤੋਰਤਾ। ਇਹ ਵੀ ਜਰਾ ਹੁਣ ਇਹਨੂੰ ਜ਼ਬਾਨ ਦੇ ਦਿਓ। ਇਹ ਬੜਾ ਮੌਕਾ ਗਵਰਨਰ ਸਾਹਿਬ ਨੇ ਚੁਣਿਆ, ਜਾਂ ਜੇ ਗਵਰਨਰ ਸਾਹਿਬ ਨਹੀਂ ਵੀ ਕਹੀਏ ਉਹਨਾਂ ਦੇ ਅਮਲੇ ਫੈਲੇ ਵੱਲੋਂ, ਇਹ ਕਿਉਂ ਇਹ ਮੌਕਾ ਚੁਣਿਆ ਗਿਆ ਕਿ ਅੱਜ 1 ਸਾਲ ਪੂਰਾ ਹੋਣ ਤੇ ਗਵਰਨਰ ਨੇ ਨੌਕ ਕਰਤਾ, ਯਾਦ ਕਰਾਤਾ ਵੀ ਤੁਸੀਂ ਮੈਨੂੰ ਅਜੇ ਜਾਣਕਾਰੀ ਦੇਣੀ ਆ, ਉੱਥੇ ਤੁਸੀਂ ਤੁਹਾਨੂੰ ਉੱਥੋਂ ਆਦੇਸ਼ ਜਾਰੀ ਹੋਇਆ, ਇਹ ਵੀ ਗੱਲ ਨੂੰ ਜ਼ਬਾਨ ਦੇ ਦਿਓ। ਨਾ ਕੇਵਲ 1 ਸਾਲ ਪੂਰਾ ਹੋਣ ਤੇ, ਬਲਕਿ ਮੇਰਾ ਖਿਆਲ ਹੈ ਗਵਰਨਰ ਸਾਹਿਬ ਕਿਸੇ ਸੈਕਟਰੀ ਨੂੰ ਉਡੀਕਦੇ ਹੋਣਗੇ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਇੱਕ ਸੈਕਟਰੀ ਦੀ ਡਿਊਟੀ ਲਾਓ ਜਿਹੜਾ ਸਾਰੀਆਂ ਗੱਲਾਂ ਦਾ ਬਰੀਫ ਕਰਕੇ ਆਇਆ ਕਰੇ ਗਵਰਨਰ ਸਾਹਿਬ ਨੂੰ। ਇਹਨਾਂ ਨੇ ਕਿਹਾ ਵੀ ਪੋਰਟਫੋਲੀਓ ਤਾਂ ਭੇਜਦੇ, ਹੋ ਸਕਦਾ ਉਹਨਾਂ ਦੇ ਦਿਮਾਗ 'ਚ ਆਇਆ ਹੋਵੇ ਇਹਨਾਂ ਨੂੰ ਸੈਕਟਰੀ ਵੀ ਯਾਦ ਕਰਾ ਦਈਏ ਕਿ ਬਾਕੀ ਮੇਰਾ ਪੁਰਾਣਾ ਹਿਸਾਬ ਕਿਤਾਬ ਵੀ ਰਹਿੰਦਾ ਹੈ, ਜੇ ਤੁਸੀਂ ਨਵਾਂ ਤਾਂ ਚਲਾ ਲਿਆ, ਸ਼ੁਰੂ ਕਰ ਲਿਆ, ਗੱਲ ਇੱਥੇ ਮੁੱਕਣੀ ਨਹੀਂ, ਗੱਲ ਉਹ ਪੁਰਾਣੇ ਦੀ ਕਰਦੇ ਰਹਾਂਗੇ ਲਗਾਤਾਰ ਉਸ ਸਾਰੇ ਮਾਮਲੇ ਦੇ ਵਿੱਚ। ਔਰ ਜੇਕਰ ਤੁਸੀਂ ਦੇਖੋ ਤੇ ਗਵਰਨਰ ਸਾਹਿਬ ਵਾਲੇ ਇਸ ਮਾਮਲੇ 'ਚ ਘੱਟੋ ਘੱਟ 15-20 ਲਾਈਨਾਂ ਇਹੋ ਜਿਹੀਆਂ ਨੇ ਜਿਹੜੀਆਂ ਪੀਲੇ ਸਕੈਚ ਨਾਲ ਮਤਲਬ ਪੂਰੀਆਂ ਹਾਈਲਾਈਟ ਕਰਕੇ ਭੇਜਿਆ ਨੇ ਉਸੇ ਮਾਮਲੇ ਦੇ ਵਿੱਚ, ਜਿਹੜਾ ਫਰਵਰੀ ਦਾ ਮਾਮਲਾ ਸੀ ਕਿ 3 ਮਾਰਚ ਵਾਲੇ ਸਦਨ ਨੂੰ ਲੈ ਕੇ ਜੱਜਮੈਂਟ ਸੀ ਜਿਹੜੀ ਉਸ ਸੁਪਰੀਮ ਕੋਰਟ ਦੀ। ਉਹਨਾਂ ਨੇ ਇਹ ਕਿਹਾ ਕਿ ਕੀ ਕਿਹਾ ਚੀਫ ਜਸਟਿਸ ਨੇ ਚੀਫ ਮਿਨਿਸਟਰ ਦੇ ਬਾਰੇ, ਇਹ ਗੱਲਾਂ ਹਾਈਲਾਈਟ ਕੀਤੀਆਂ ਗਈਆਂ ਨੇ। ਉਹਨਾਂ ਨੇ ਇਹ ਕਿਹਾ ਕਿ ਚੀਫ ਮਿਨਿਸਟਰ ਦੀ ਇਹ ਜ਼ਿੰਮੇਵਾਰੀ ਹੈ, ਭਾਵੇਂ ਚੀਫ ਮਿਨਿਸਟਰ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈਡ ਆਫ ਦੀ ਗਵਰਨਮੈਂਟ ਹੈ, ਉਹਦਾ ਮਤਲਬ ਵਿਧਾਨ ਸਭਾ ਦੇ ਵਿਧਾਨ ਪਾਲਿਕਾ ਦੇ ਸਾਹਮਣੇ ਉਹਦੀ ਜਵਾਬਦੇਹੀ ਤੈਅ ਹੁੰਦੀ ਹੈ ਹਮੇਸ਼ਾ ਹੀ। ਇਹ ਗੱਲ ਠੀਕ ਹੈ ਆਪਣੇ ਆਪ ਦੇ ਵਿੱਚ, ਪਰ ਗਵਰਨਰ ਵੀ ਸੰਵਿਧਾਨਕ ਤੌਰ ਤੇ ਰਾਸ਼ਟਰਪਤੀ ਵੱਲੋਂ ਚੁਣਿਆ ਹੋਇਆ ਅਪਾਇੰਟਡ ਇੱਕ ਅਥਾਰਟੀ ਹੈ। ਔਰ ਜਿਹੜੇ ਅਥਾਰਟੀ ਦੇ ਵਿੱਚ ਉਹਨਾਂ ਦੇ ਨਾਲ ਦੀ ਨਾਲ ਇੱਕ ਇਹ ਗੱਲ ਵੀ ਕੀਤੀ ਹੈ ਕਿ ਡਾਕਟਰ BR ਅੰਬੇਦਕਰ ਦੀ ਇੱਕ ਪੂਰਾ ਵਿਧਾਨ ਘੜਨੀ ਸਭਾ ਦੇ ਵਿੱਚ ਜੋ ਉਹਨਾਂ ਨੇ ਕਿਹਾ ਸੀ ਗਵਰਨਰ ਦੀਆਂ ਪਾਵਰਾਂ ਵੇਲੇ, ਉਹਨੂੰ ਵੀ ਕੋਟ ਕੀਤਾ ਜੱਜਮੈਂਟ 'ਚ, ਤੇ ਉਹ ਵੀ ਹਾਈਲਾਈਟ ਕੀਤੀ ਗਈ ਗੱਲ ਹੈ। ਉਹ ਹਾਈਲਾਈਟ ਕੀ ਕੀਤੀ ਗਈ ਹੈ, ਉਹ ਕਹਿੰਦੇ ਨੇ ਵੀ ਸਾਡੇ ਮੌਜੂਦਾ ਪਾਰਲੀਮੈਂਟਰੀ ਸੈਟਅਪ ਦੇ ਵਿੱਚ ਵਿਧਾਨ ਸਭਾਵਾਂ ਦੇ ਸਾਹਮਣੇ ਗਵਰਨਰ ਦੀ ਕੋਈ ਭੂਮਿਕਾ ਨਜ਼ਰ ਨਹੀਂ ਆਉਂਦੀ ਹੈ, ਜ਼ੀਰੋ ਨਜ਼ਰ ਆਉਂਦੀ ਹੈ, ਵੈਸੇ ਤਾਂ ਹੈ ਨਹੀਂ।
ਪਰ ਮੇਰੇ ਮੁਤਾਬਕ ਜੇਕਰ ਕੋਈ ਗਵਰਨਰ ਦੀ ਭੂਮਿਕਾ ਨਜ਼ਰ ਆਉਂਦੀ ਹੈ ਤਾਂ ਉਹ ਇੱਕ ਇਹ ਭੂਮਿਕਾ ਨਜ਼ਰ ਆਉਂਦੀ ਹੈ ਕਿ ਉਹ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਹੋਏਗਾ। ਸਾਡੀਆਂ ਸਰਕਾਰਾਂ ਪਾਰਟੀਆਂ ਚੁਣ ਕੇ ਭੇਜਣਗੀਆਂ ਤੇ ਉਹ ਚੀਫ ਮਿਨਿਸਟਰ ਪਾਰਟੀ ਦੇ ਨੁਮਾਇੰਦੇ ਦੇ ਵਜੋਂ ਕੰਮ ਕਰਦਾ ਹੈ। ਗਵਰਨਰ ਪੂਰੀ ਸਟੇਟ ਦਾ ਨੁਮਾਇੰਦਾ ਹੋਏਗਾ ਐਡਮਿਨਿਸਟ੍ਰੇਸ਼ਨ ਦੇ ਤੌਰ ਤੇ। ਇਸ ਕਰਕੇ ਗਵਰਨਰ ਦੀ ਇਹ ਸੰਵਿਧਾਨਕ ਡਿਊਟੀ ਹੋਏਗੀ ਕਿ ਉਹ ਪ੍ਰਸ਼ਾਸਨਿਕ ਢਾਂਚਾ ਨਿਆਂਯੁਕਤ ਚੱਲੇ, ਭ੍ਰਿਸ਼ਟਾਚਾਰ ਮੁਕਤ ਚੱਲੇ ਔਰ ਪੂਰੀ ਤਰ੍ਹਾਂ ਸਾਫ਼ ਸੁਥਰੇ ਢੰਗ ਨਾਲ ਲੋਕਾਂ ਦੀ ਪਹੁੰਚ ਦੇ ਵਿੱਚ ਚੱਲੇ। ਜੇ ਇਹਦੇ ਵਿੱਚ ਕੋਈ ਗੜਬੜ ਆਉਂਦੀ ਹੈ ਤਾਂ ਉਹਨੂੰ ਪੂਰਾ ਹੱਕ ਹੈ ਆਪਣੀ ਆਵਾਜ਼ ਚੀਫ ਮਿਨਿਸਟਰ ਤੱਕ ਲਿਜਾਣ ਦਾ, ਸਰਕਾਰ ਨੂੰ ਐਡਵਾਈਸ ਕਰਨ ਦਾ, ਸਲਾਹ ਦੇਣ ਦਾ। ਤੇ ਹਰ ਉਹ ਗੱਲ ਜਿਹੜੀ ਕੈਬਨਿਟ ਦੇ ਵਿੱਚ ਪਾਸ ਹੋ ਗਈ, ਕੈਬਨਿਟ ਦੀ ਕੋਈ ਤਜਵੀਜ਼ ਹੈ, ਪ੍ਰਸ਼ਾਸਨਿਕ ਮਾਮਲਿਆਂ ਦੇ ਬਾਰੇ ਕੋਈ ਵੀ ਗਵਰਨਮੈਂਟ ਦਾ ਹੋਰ ਫੈਸਲਾ ਹੈ, ਉਹਦਾ ਗਵਰਨਰ ਨੂੰ ਵਿਧੀਵਤ ਰੂਪ ਦੇ ਵਿੱਚ ਇਨਫਾਰਮ ਕਰਨਾ, ਸੂਚਿਤ ਕਰਨਾ, ਇਹ ਚੀਫ ਮਿਨਿਸਟਰ ਦੀ ਜ਼ਿੰਮੇਵਾਰੀ ਹੈ। ਉਹ ਬਾਉਂਡ ਨੇ ਇਸ ਮਾਮਲੇ ਦੇ ਵਿੱਚ। ਹੁਣ ਮਾਮਲਾ ਇਹ ਹੋ ਗਿਆ ਕਿ ਜਦੋਂ ਅੰਬੇਦਕਰ ਸਾਹਿਬ ਵੀ ਅੱਗੇ ਆ ਜਾਣ ਤਾਂ ਸਾਡੇ ਸੰਵਿਧਾਨ 'ਚ ਲੋਕ ਕਾਫੀ ਮੰਨ ਲੈਂਦੇ ਨੇ ਕਿ ਡਾਕਟਰ ਅੰਬੇਦਕਰ ਨੇ ਫਿਰ ਇਹ ਕਿਹਾ ਕਿ ਗਵਰਨਰ ਕਿਵੇਂ ਕਹਿ ਰਹੇ ਨੇ ਕਿ ਮੈਂ ਕਿਉਂ ਦਖਲ ਦੇ ਰਿਹਾ, ਫਲਾਣਾ ਅਫਸਰ ਤੁਹਾਡਾ ਕੀ ਕਰ ਰਿਹਾ, ਚ ਮੈਂ ਦਖਲ ਦੇ ਰਿਹਾ ਜੋ ਕਰਪਸ਼ਨ ਕਰਦਾ ਹੈ, ਤਾਂ ਮੇਰਾ ਹੱਕ ਹੈ ਤੁਹਾਨੂੰ ਦੱਸਣ ਦਾ, ਤੁਹਾਡੀ ਜ਼ਿੰਮੇਵਾਰੀ ਹੈ ਉਹਦੇ ਤੇ ਕਾਰਵਾਈ ਕਰਕੇ ਮੈਨੂੰ ਇਨਫੋਰਮ ਕਰਨ ਦਾ। ਚਾਹੇ ਉਹ ਚਹਿਲ ਵਾਲਾ ਮਾਮਲਾ ਹੋਵੇ, ਉਹ ਇਸ ਲੈਵਲ ਤੇ ਜੇ ਸਟੇਟ ਦੇ ਵਿੱਚ ਇਹੋ ਜਿਹੀਆਂ ਸਮੱਸਿਆਵਾਂ ਨੇ ਜਿਹੜੀਆਂ ਲੋਕਾਂ ਦਾ ਧਿਆਨ ਨਹੀਂ ਗਵਰਨਮੈਂਟ ਦਿੰਦੀ, ਤਾਂ ਮੇਰਾ ਸੰਵਿਧਾਨਕ ਹੱਦ ਹੋਣ ਦੇ ਨਾਤੇ ਤੁਹਾਨੂੰ, ਚਾਹੇ ਉਹ ਡਰੱਗ ਦੇ ਮੁੱਦੇ ਨੇ, ਚਾਹੇ ਉਹ ਵਾਈਸ ਚਾਂਸਲਰ ਦੇ ਮੁੱਦੇ ਨੇ, ਚਾਹੇ ਉਹ ਬਾਕੀ ਦੇ ਮੁੱਦੇ ਨੇ, ਦੱਸਣਾ ਤੁਹਾਨੂੰ ਜ਼ਿੰਮੇਵਾਰੀ ਹੈ ਮੇਰੀ। ਹੁਣ ਉਹ ਇਹ ਪੀੜਾ ਕਰਕੇ ਜਿਹੜਾ ਸਾਰਾ ਇੱਕ ਭੇਜਿਆ ਨਾ, ਇਹ ਇਕੱਲਾ ਮੀਡੀਆ ਨੂੰ ਨਹੀਂ ਭੇਜਿਆ, ਇਹ ਜਨਤਕ ਵੀ ਕਰਤਾ, ਲੋਕ ਵੀ ਜੱਜਮੈਂਟ ਪੜ੍ਹੋ। ਉਹਨਾਂ ਨੇ ਕਿਹਾ ਹੋਣਾ ਵੀ ਭਾਈ ਤੁਸੀਂ ਵੀ ਪੜ੍ਹ ਲਓ ਜਿਹੜੀ ਡਿਟੇਲ ਜੱਜਮੈਂਟ ਹੈ ਜਸਟਿਸ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਦੀ। ਤੇ ਹੁਣ ਇਦੋਂ ਬਾਅਦ ਗਵਰਨਮੈਂਟ ਤੇ ਕੋਈ ਰਿਐਕਟ ਕਰਦੀ ਹੈ, ਨਹੀਂ ਤਾਂ ਬਹੁਤ ਛੇਤੀ ਆ ਜਾਂਦਾ ਹੁੰਦਾ ਵੈਸੇ ਕੋਈ ਬਿਆਨ ਜਾਂ ਇਸ ਲੈਵਲ ਦਾ। ਔਰ ਉਹ ਸਾਰੀ ਜੱਜਮੈਂਟ ਦੇ ਨਾਲ ਕਿਉਂਕਿ ਸਾਰਾ ਕੁਝ ਹੀ ਰੀਪਰੋਡਿਊਸ ਹੋਇਆ ਹੈ। ਜਿੰਨੀਆਂ ਗਵਰਨਰ ਦੀਆਂ ਚਿੱਠੀਆਂ ਉਹ ਵੀ ਉਹਦੇ ਨਾਲ ਨੇ, ਜਿੰਨੀਆਂ ਚੀਫ ਮਿਨਿਸਟਰ ਦੀਆਂ ਚਿੱਠੀਆਂ ਉਹ ਵੀ ਉਹਦੇ ਨਾਲ ਨੇ, ਜਿੰਨਾ ਗਵਰਨਰ ਨੇ ਕਿਹਾ ਕਿ ਤੁਸੀਂ ਗੈਰ ਸੰਵਿਧਾਨਕ ਕਰਦੇ ਉਹ ਵੀ ਉਹਦੇ ਨਾਲ ਨੇ। ਇੱਕ ਕਿਸਮ ਦਾ ਦੁਬਾਰਾ ਖਲਾਰਾ ਖੋਲ ਗਿਆ ਉਹ ਭੰਡਾਰਾ ਵਾਪਸ ਆ ਕੇ। ਇਹ ਇੱਕ ਗੱਲ ਦਾ ਸੰਕੇਤ ਜ਼ਰੂਰ ਕਰਦਾ ਕਿ ਤੁਹਾਡਾ ਵਿਧਾਨ ਸਭਾ ਦਾ ਸੈਸ਼ਨ ਵੀ ਹੋ ਗਿਆ, ਤੁਹਾਡਾ ਆਹ ਮਾਮਲੇ ਵੀ ਹੌਲੀ ਹੌਲੀ ਦਸਤਖਤ ਕੀਤੇ ਜਾਂਦੇ ਨੇ, ਪਰ ਅਜੇ ਜਿਹੜੀ ਘੁੰਡੀ ਹੈ ਨਾ ਦਿਲਾਂ ਦੀ ਉਹ ਫਸੀ ਹੋਈ ਹੈ, ਉਹ ਘੁੰਡੀ ਖੁੱਲੀ ਨਹੀਂ ਹੈ। ਮਾਮਲੇ ਅੱਗੇ ਵੀ ਇਸ ਪੱਧਰ ਦੇ ਉੱਤੇ ਅਜੇ ਰਹੇਗਾ। ਜਿਹੜਾ ਟਕਰਾਅ ਦੀ ਮੁਦਰਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੁਭਾਵਿਕ ਤਰੀਕੇ ਨਾਲ ਬੈਲੈਂਸਡ ਰੂਪ ਦੇ ਵਿੱਚ ਚੀਜ਼ਾਂ ਅਜੇ ਚੱਲਣੀਆਂ ਸ਼ੁਰੂ ਨਹੀਂ ਹੋਈਆਂ। ਉਹ ਗਵਰਨਰ ਦਾ ਭਾਸ਼ਣ ਦੇ ਦੌਰਾਨ ਗਵਰਨਰ ਸਾਹਿਬ ਦਾ ਵਿਵਹਾਰ ਵੀ ਦੱਸਦਾ ਸੀ, ਜਦੋਂ ਉਹਨਾਂ ਨੇ ਆਪੋਜੀਸ਼ਨ ਨੂੰ ਮੌਕਾ ਦਿੱਤਾ ਵੀ ਕਹੋ ਤੁਸੀਂ ਗੱਲ, ਕੋਈ ਗੱਲ ਨਹੀਂ, ਔਰ ਨਾਲ ਉਹਨਾਂ ਦੀ ਗੱਲ ਵੀ ਕਹਾਈ। ਇਹ ਵੀ ਮਤਲਬ ਨਾਰਮਲ ਮਰਿਆਦਾ ਤੋਂ ਬਾਹਰ ਜਾ ਕੇ ਗੱਲ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਗੱਲ ਕੰਟੀਨਿਊ ਕਰ ਰਹੀ ਹੈ ਕਿ ਚੀਫ ਮਿਨਿਸਟਰ ਤੇ ਗਵਰਨਰ ਦੇ ਵਿੱਚ ਅਜੇ ਕਾਫੀ ਕੁਝ ਹੋਣਾ ਇਹੋ ਜਿਹਾ ਰਹਿੰਦਾ ਹੈ ਕਿ ਉਹ ਇਸ ਨੂੰ ਪੂਰੀ ਤਰ੍ਹਾਂ ਸਮੂਥਲੀ ਚਲਾਉਣ ਕਿਸੇ ਨਾ ਕਿਸੇ ਰੂਪ ਚ। ਜੱਜਮੈਂਟ ਦੇ 8 ਨੰਬਰ ਸਫੇ ਦੇ ਉੱਤੇ ਜਦੋਂ ਉਹ ਹਾਈਲਾਈਟ ਕਰਦੇ ਨਾ ਕਿ ਦਾ ਚੀਫ ਮਿਨਿਸਟਰ ਇਜ਼ ਰਿਕੁਆਇਰਡ ਟੂ ਡਿਸਚਾਰਜ देयर ਡਿਊਟੀਜ਼ ਅੰਡਰ ਆਰਟੀਕਲ 167, ਹਾਂਜੀ, ਤੇ ਮੈਨੂੰ ਲੱਗਦਾ ਵੀ ਉਹ ਨੌਕ ਕਰ ਰਹੇ ਆ ਵੀ ਅਜੇ ਆਹ ਦੇਖੋ ਆਹ ਕਰਨ ਵਾਲਾ ਬਾਕੀ ਆ। ਭਾਰਤ ਦੇ ਚੀਫ ਜਸਟਿਸ ਨੇ ਕਿਹਾ, ਕਿਸੇ ਆਮ ਬੰਦੇ ਨੇ ਨਹੀਂ ਕਿਹਾ। ਦੂਜੀ ਗੱਲ, ਉਹ ਸੋਚਦੇ ਹੋਣੇ ਆ ਵੀ ਯਾਰ ਸਾਰੇ ਪਾਸੇ ਜਾਏ, ਮੁੱਖ ਮੰਤਰੀ ਨੇ ਤੇ ਕਦੇ ਟਾਈਮ ਹੀ ਨਹੀਂ ਕੱਢਿਆ। ਉਹ ਵਿਆਹ ਸ਼ਾਦੀ ਵੀ ਵੇਖ ਆਉਂਦੇ ਆ, ਘੁੰਮ ਘੁਮਾ ਵੀ ਆਉਂਦੇ ਆ, ਇਲੈਕਸ਼ਨਾਂ ਦੇ ਨਜ਼ਰੀਏ ਤੋਂ ਪ੍ਰਚਾਰ ਰਾਜਸਥਾਨ ਭੋਪਾਲ ਵੀ ਕਰ ਆਉਂਦੇ, G20 ਵੀ ਚਲੇ ਗਏ। ਮੈਂ ਉਹਨਾਂ ਦੇ ਸਾਈਨ ਸੋਨ ਵੀ ਕਰਤੇ, ਮੰਤਰੀ ਵੀ ਉਹਨਾਂ ਆਪਣੀ ਮਰਜ਼ੀ ਤੇ ਸਜ਼ਾ ਸੁਜਾ ਵੀ ਲਾ ਲਈ ਬਦਲ ਤੇ ਮੇਰੇ ਵੱਲ ਤੇ ਕਿਤੇ ਚਾਹ ਦਾ ਘੁੱਟ ਪੀਣ ਨਹੀਂ ਆਏ। ਫਿਰ ਜੇ ਜੰਗ ਜਾਰੀ ਆ ਤੇ ਫਿਰ ਪਹਿਲ ਕਰੋ ਤੇ ਕਰੋ ਹੁਣ ਸੰਵਿਧਾਨਕ ਦਾਇਰਿਆਂ ਦੇ ਵਿੱਚ। ਕੀ ਗਵਰਨਰ ਸਾਹਿਬ ਇਹ ਜੱਜਮੈਂਟ ਭੇਜ ਕੇ ਯਾਦ ਕਰਾ ਰਹੇ ਨੇ ਮੁੱਖ ਮੰਤਰੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਦੱਸ ਰਹੇ ਨੇ ਕਿ ਦੇਖ ਲਓ, ਮੈਨੂੰ ਫਿਰ ਕਹੋਗੇ ਵੀ ਮੈਂ ਕੁਝ ਕਰਦਾ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ।